वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी इस सवेर वाली ऑनलाइन गुरमत क्लास ਵਿੱਚ जुड़ चुके हो जिस ਵਿੱਚ ਆਪਾਂ ਭਾਈ ਗੁਰਦਾਸ ਜੀ ਦੀ ਜੋ ਪਹਿਲੀ ਵਾਰ ਹੈ ਉਹਦੇ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਭਾਈ ਗੁਰਦਾਸ ਜੀ ਨੇ ਇਸ ਪਹਿਲੀ ਵਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ, ਉਹਨਾਂ ਦੀਆਂ ਕਲਾਵਾਂ ਨੂੰ, ਕਰਾਮਾਤਾਂ ਨੂੰ ਬੜੇ ਵੱਡੇ ਪੱਧਰ ਤੇ ਉਹਨਾਂ ਨੇ ਦੱਸਣਾ ਕੀਤਾ ਹੈ। ਸਤਿਗੁਰਾਂ ਦੀ ਵਡਿਆਈ ਕੀਤੀ ਹੈ। ਪਰ ਉਸ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਅੰਦਰ ਸਮੇਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ। ਤੇ ਸਾਧ ਸੰਗਤ ਪਿਛਲੇ ਦਿਨਾਂ ਤੋਂ ਆਪਾਂ 6 ਸ਼ਾਸਤਰਾਂ ਦੀ ਵਿਚਾਰ ਕਰ ਰਹੇ ਸਾਂ ਕਿ ਕਿਹੜੇ-ਕਿਹੜੇ 6 ਸ਼ਾਸਤਰ ਜਿਨ੍ਹਾਂ ਦੀ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਕੀ ਉਹਨਾਂ ਦੇ ਵਿੱਚ ਦਿੱਤਾ ਗਿਆ ਸੀ, ਕਿਵੇਂ-ਕਿਵੇਂ ਦੇ ਵਿਚਾਰ ਪ੍ਰਚਲਿਤ ਸਨ ਤੇ ਗੁਰਮਤ ਇਹਦੇ ਬਾਰੇ ਕੀ ਕਹਿੰਦੀ ਹੈ। ਇਹ ਆਪਾਂ ਵਿਚਾਰ ਚੁੱਕੇ ਹਾਂ। ਕੱਲ ਆਪਾਂ ਵਿਸ਼ੇਸ਼ਿਕ ਸ਼ਾਸਤਰ ਤੇ ਯੋਗ ਸ਼ਾਸਤਰ ਜਿਹੜਾ ਹੈ ਉਹ ਵਿਚਾਰਿਆ। ਉਸ ਤੋਂ ਬਾਅਦ ਸਾਧ ਸੰਗਤ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਭਾਈ ਗੁਰਦਾਸ ਜੀ ਨੇ ਯੁੱਗਾਂ ਦੇ ਆਧਾਰ ਤੇ ਗੱਲ ਕੀਤੀ ਹੈ। ਮਨੁੱਖਤਾ ਦਾ ਜੋ ਜੀਵਨ ਹੈ, ਮਨੁੱਖ ਦਾ ਜੋ ਜੀਵਨ ਹੈ, ਉਹਨੂੰ ਸਾਰੇ ਮਨੁੱਖ ਦੇ ਜੀਵਨ ਨੂੰ ਭਾਈ ਗੁਰਦਾਸ ਜੀ ਨੇ ਯੁੱਗਾਂ ਦੇ ਆਧਾਰ ਤੇ ਵੰਡ ਕੇ ਤੇ ਉਸ ਮਨੁੱਖਾ ਦੇਹੀ ਦੀ ਜੋ ਵਡਿਆਈ ਹੈ, ਜੋ ਪਰਮੇਸ਼ਰ ਨੂੰ ਪਾਉਣ ਦੀ ਗੱਲ ਹੈ, ਮਨੁੱਖ ਦੇਹੀ ਦੇ ਵਿੱਚ ਰਹਿ ਕਰਕੇ ਉਹਦੀ ਗੱਲ ਜਿਹੜੀ ਹੈ ਆਪਣੀ ਇਹਨਾਂ ਪੌੜੀਆਂ ਵਿੱਚ ਕੀਤੀ ਹੈ, ਜੋ ਅੱਜ ਆਪਾਂ ਵਿਚਾਰ ਕਰਨੀ ਹੈ। ਤੇ ਸਾਧ ਸੰਗਤ ਇਹਦੇ ਬਾਰੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਸਾ ਦੀ ਵਾਰ ਦੇ ਵਿੱਚ ਵਿਚਾਰ ਦਿੱਤੀ ਹੈ। ਤੇ ਆਓ ਆਪਾਂ ਇਸ ਪੌੜੀ ਨੂੰ ਵਿਚਾਰੀਏ। ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਸਕਰੀਨ ਉੱਤੇ ਪੌੜੀ ਸ਼ੇਅਰ ਕਰ ਦੇਵਾਂ। 15ਵੀਂ ਪੌੜੀ ਹੈ ਸਾਧ ਸੰਗਤ, ਇਹ ਜੋ ਆਪ ਜੀ ਦੀ ਸਕਰੀਨ ਉੱਪਰ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇਹ 15ਵੀਂ ਪੌੜੀ, ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਯੁੱਗਾਂ ਦੇ ਬਾਬਤ ਪ੍ਰਚਲਿਤ ਖਿਆਲ ਦੱਸ ਕੇ ਤੇ ਨਾਲ ਹੀ ਇਹ ਗੱਲ ਦ੍ਰਿੜ ਕਰਵਾਈ ਆ ਕਿ ਮਨੁੱਖ ਜਿਹੜਾ ਹੈ ਨਾ, ਮਨੁੱਖਾ ਜੀਵਨ ਜੋ ਹੈ ਉਹ ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ। ਇਹ ਇੱਕ ਅਵਸਰ ਮਿਲਿਆ ਹੈ ਜਿਹਦੇ ਵਿੱਚ ਜਪ ਕੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਦੇ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹਦੇ ਬਾਰੇ ਬੜਾ ਸੁੰਦਰ ਲਿਖਿਆ ਹੈ ਆਸਾ ਦੀ ਵਾਰ ਦੇ ਵਿੱਚ। ਜੋ ਇਹ ਪੌੜੀ ਤੇ ਆਸਾ ਦੀ ਵਾਰ ਦੀਆਂ ਜੋ ਪੌੜੀਆਂ ਹਨ ਉਹ ਰਲਦੀਆਂ ਹਨ ਇਹਨਾਂ ਦੋਵਾਂ ਪੌੜੀਆਂ ਦੇ ਨਾਲ, 15ਵੀਂ ਅਤੇ 16ਵੀਂ ਪੌੜੀ ਦੇ ਨਾਲ। ਸੋ ਆਓ ਕੀ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਕੀ ਦੱਸਣਾ ਕਰਦੇ ਨੇ। ਆਓ ਆਪਾਂ ਆਰੰਭ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਆ, ਜੁਗ ਜੁਗ ਮੇਰ ਸਰੀਰ ਕਾ ਬਾਸਨਾ ਬੱਧਾ ਆਵੈ ਜਾਵੈ, ਫਿਰ ਵਟਾਈਐ ਗਿਆਨੀ ਹੋਏ ਮਰਮ ਕੋ ਪਾਵੈ, ਸਤਿਯੁਗ ਦੂਜਾ ਭਰਮ ਕਰ ਤ੍ਰੇਤੇ ਵਿੱਚ ਜੋਨੀ ਫਿਰ ਆਵੈ, ਤ੍ਰੇਤੈ ਕਰਮਾ ਬਾਂਧ ਤੇ ਦੁਆਪਰ ਫਿਰ ਅਵਤਾਰ ਕਰਾਵੈ, ਦੁਆਪਰ ਮਮਤਾ ਅਹੰਕਾਰ ਹਉਮੈ ਅੰਦਰ ਗਰਭ ਗਲਾਵੈ, ਤ੍ਰਿਹੋਂ ਜੁਗਾ ਕੇ ਕਰਮ ਕਰ ਜਨਮ ਮਰਨ ਸੰਸਾਰ ਨਾ ਚੁਕਾਵੈ, ਫਿਰ ਕਲਯੁਗ ਅੰਦਰ ਦੇਹ ਧਾਰ ਕਰਮਾਂ ਅੰਦਰ ਫੇਰ ਫਸਾਵੈ, ਅਵਸਰ ਚੁੱਕਾ ਹੱਥ ਨਾ ਆਵੈ। ਸੋ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਅਖੀਰ ਤੇ ਗੱਲ ਕਹੀ ਹੈ ਨੇ, ਅਵਸਰ ਚੁੱਕਾ ਹੱਥ ਨਾ ਆਵੈ, ਕਿ ਭਾਈਏ ਤੈਨੂੰ ਮਨੁੱਖਾ ਦੇਹੀ ਇੱਕ ਅਵਸਰ ਦੇ ਰੂਪ ਦੇ ਵਿੱਚ ਮਿਲੀ ਹੈ ਤੇ ਜੇ ਤੂੰ ਇਹ ਸਮਾਂ ਵੀ ਅਜਾਈਂ ਗਵਾ ਲਿਆ, ਵਿਕਾਰਾਂ ਦੇ ਵਿੱਚ ਗਵਾ ਲਿਆ, ਤੇ ਫਿਰ ਇਹ ਵਾਪਸ ਤੇਰੇ ਹੱਥ ਨਹੀਂ ਆਉਣਾ। ਇਸ ਕਰਕੇ ਪਰਮੇਸ਼ਰ ਦਾ ਭਜਨ ਕਰ ਲਾ, ਸਿਮਰਨ ਕਰ ਲਾ। ਇਹ ਗੱਲ ਭਾਈ ਗੁਰਦਾਸ ਜੀ ਨੇ ਆਖੀ। ਕਹਿੰਦੇ ਆ ਭਾਈ ਗੁਰਦਾਸ ਜੀ ਕਹਿੰਦੇ, ਜੁਗ ਜੁਗ ਮੇਰ ਸਰੀਰ ਕਾ ਬਾਸਨਾ ਬੱਧਾ ਆਵੈ ਜਾਵੈ। ਕਹਿੰਦੇ ਜਿਹੜਾ ਸਰੀਰ ਹੈ ਨਾ ਮਨੁੱਖ ਦਾ, ਇਹ ਇੱਕ ਮੇਰੂ ਮਣਕੇ ਦੀ ਤਰ੍ਹਾਂ ਹੈ। ਭਾਵ ਸਭ ਤੋਂ ਉੱਚਾ ਹੈ, ਸ਼੍ਰੋਮਣੀ ਹੈ ਸਰੀਰ। ਸਾਰੀਆਂ ਜੂਨੀਆਂ ਦੇ ਵਿੱਚੋਂ, 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਦੇਹੀ ਹੈ ਮਨੁੱਖ ਦਾ ਸਰੀਰ, ਮਨੁੱਖ ਦਾ ਜਨਮ।
ਸਭ ਤੋਂ ਉੱਚਾ ਹੈ। ਮਹਾਰਾਜ ਨੇ ਕਿਹਾ ਨਾ, ਗੁਰੂ ਸਾਹਿਬ ਨੇ ਵੀ, ਕਿ ਇਸ ਧਰਤੀ ਮੈਂ ਤੇਰੀ ਪਨਿਹਾਰੀ, ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਇਹ ਧਰਤੀ ਦੇ ਉੱਤੇ ਮਨੁੱਖ ਜਿਹੜਾ ਹੈ ਨਾ, ਇਹ ਸਭ ਤੋਂ ਵੱਡਾ ਸਰਦਾਰ ਹੈ ਇਸ ਧਰਤੀ ਦਾ। ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮਾਨਸ ਦੇਹੀ ਹੈ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਆ, ਇਹ ਸ਼੍ਰੋਮਣੀ ਹੈ, ਸਰੀਰ ਦਾ ਮੇਰ ਹੈ, ਭਾਵ ਜੁਗ ਜੁਗ ਮੇਰ ਸਰੀਰ ਕਾ, ਬਾਸਨਾ ਬੱਧਾ ਆਵੇ ਜਾਵੇ। ਪਰ ਵਾਸ਼ਨਾ ਦੇ ਬੱਧਾ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਇਹ ਜੂਨਾਂ ਦੇ ਵਿੱਚ ਮਨੁੱਖ ਭਟਕਦਾ ਰਹਿੰਦਾ ਹੈ, ਵਾਰ-ਵਾਰ ਆਉਂਦਾ ਤੇ ਵਾਰ-ਵਾਰ ਜੰਮਦਾ ਹੈ। ਫਿਰ ਕਹਿੰਦੇ ਆ, ਫਿਰ ਵਟਾਈਐ, ਗਿਆਨੀ ਹੋਏ ਮਰਮ ਕੋ ਪਾਵੇ। ਭਾਈ ਗੁਰਦਾਸ ਜੀ ਕਹਿੰਦੇ ਆ, ਵਾਰ-ਵਾਰ ਦੇਹ ਜਿਹੜੀ ਹੈ ਨਾ ਵਟਾਈ ਜਾਂਦੀ ਹੈ, ਫਿਰ ਵਟਾਈਐ, ਵਟਦੀ ਹੈ ਦੇਹ, ਮਨੁੱਖ ਆਤਮਾ ਨਿਕਲ ਜਾਂਦੀ ਹੈ, ਫਿਰ ਦੁਬਾਰਾ ਜਿਹੜਾ ਹੈ ਕਿਸੇ ਹੋਰ ਸਰੀਰ 'ਚ ਕਿਤੇ ਕਿਤੇ ਇਸੇ ਤਰ੍ਹਾਂ ਚੱਕਰ ਚੱਲਦਾ ਰਹਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਹਰ ਕਿਸੇ ਨੂੰ ਪਤਾ ਨਹੀਂ ਲੱਗਦਾ। ਜੇ ਕੋਈ ਕਵੇ ਨਾ ਕਿ ਮੈਂ ਸਮਝ ਲਵਾਂ, ਭਾਈ ਗੁਰਦਾਸ ਜੀ ਕਹਿੰਦੇ ਕਿਸੇ ਨੂੰ ਸਮਝ ਨਹੀਂ ਲੱਗਦੀ। ਸਮਝਦਾ ਕੌਣ ਹੈ? ਗਿਆਨੀ ਹੋਏ ਮਰਮ ਕੋ ਪਾਵੇ। ਜੇ ਕੋਈ ਗਿਆਨੀ ਹੋਵੇ ਨਾ, ਜਿਹਦੇ ਕੋਲ ਕੋਈ ਗਿਆਨ ਹੋਵੇ ਪਰਮੇਸ਼ਰ ਦੇ ਪ੍ਰਤੀ, ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਥੋੜ੍ਹਾ ਬਹੁਤਾ ਪਤਾ ਲੱਗ ਸਕਦਾ ਹੈ। ਹਰ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਦਾ, ਕਿਉਂਕਿ ਫਿਰ ਵਟਾਈਏ। ਹੁਣ ਸਾਧ ਸੰਗਤ, ਆਪਣਾ ਸਰੀਰ ਖਤਮ ਹੋ ਜਾਵੇ, ਆਪਾਂ ਨੂੰ ਕੀ ਪਤਾ ਲੱਗਦਾ ਕਿ ਕਿੱਧਰ ਚੱਲਿਆ, ਕੀ ਗਿਆ, ਕੀ ਹੋਇਆ, ਕੀ ਨਹੀਂ ਹੋਇਆ। ਮੌਤ ਤੋਂ ਬਾਅਦ ਆਪਾਂ ਨੂੰ ਨਹੀਂ ਨਾ ਪਤਾ, ਪਰ ਪਤਾ ਉਹਨਾਂ ਨੂੰ ਲੱਗਦਾ ਹੈ ਜਿਹੜੇ ਨਾਮ ਜਪਦੇ ਆ, ਬੰਦਗੀ ਕਰਦੇ, ਸਿਮਰਨ ਕਰਦੇ, ਜਿਹੜੇ ਗਿਆਨੀ ਬਣ ਜਾਂਦੇ। ਉਹਨਾਂ ਨੂੰ ਇਸ ਗੱਲ ਦਾ ਬੜਾ ਵਧੀਆ ਤਰ੍ਹਾਂ, ਬਹੁਤ ਸੁੰਦਰ ਢੰਗ ਦੇ ਨਾਲ ਪਤਾ ਹੁੰਦਾ ਹੈ ਕਿ ਮਨੁੱਖ ਦਾ ਜਿਹੜਾ ਜੀਵ ਆ, ਜਿਹੜਾ ਉਹ ਵਾਰ-ਵਾਰ ਮੰਨਦਾ ਤੇ ਵਾਰ-ਵਾਰ ਜੰਮਦਾ ਹੈ। ਸਤਿਯੁਗ ਦੂਜਾ ਭਰਮ ਕਰ, ਤ੍ਰੇਤੇ ਵਿੱਚ ਫਿਰ ਜੋਨੀ ਆਵੇ। ਕਹਿੰਦੇ ਆ ਕਿ ਇਹ ਜਿਹੜਾ ਸਰੀਰ ਹੈ ਨਾ, ਸਤਿਯੁਗ ਵਿੱਚ ਦੂਜੇ ਭਾਵ ਦਾ ਭਰਮ ਆ ਜਾਂਦਾ ਹੈ। ਭਾਵ ਜਦੋਂ ਜਨਮ ਲੈਂਦਾ ਹੈ ਮਨੁੱਖ, ਉਦੋਂ ਸਤਿਯੁਗ ਹੀ ਹੁੰਦਾ ਹੈ ਤੇ ਭਰਮ ਵਿੱਚ ਪੈ ਜਾਂਦਾ ਹੈ। ਸਤਿਯੁਗ ਦੂਜਾ ਭਰਮ, ਦੂਜਾ ਭਰਮ ਕਿਹੜਾ ਹੁੰਦਾ? ਮਾਇਆ ਦਾ ਭਰਮ। ਮਾਇਆ ਹੁੰਦੀ ਦੂਜੀ, ਪਹਿਲਾ ਪਰਮੇਸ਼ਰ, ਦੂਜੀ ਮਾਇਆ। ਮਾਇਆ ਦੇ ਭਰਮ ਦੇ ਵਿੱਚ ਰੁੱਝ ਜਾਂਦਾ ਹੈ ਮਨੁੱਖ ਜਨਮ ਲੈ ਕੇ। ਜਦੋਂ ਇਹਨੂੰ ਸਰੀਰ ਮਿਲ ਜਾਂਦਾ, ਸਤਿਯੁਗ ਰੂਪੀ ਸਰੀਰ ਮਿਲਦਾ ਹੈ, ਜਦੋਂ ਕੋਈ ਪੂਰਬਲਾ ਕਰਮ ਜਾਗਦਾ ਹੈ, ਫਿਰ ਇਹਨੂੰ ਸਤਿਯੁਗ ਰੂਪੀ ਸਰੀਰ ਮਿਲਦਾ ਹੈ। ਫਿਰ ਉਸ ਤੋਂ ਬਾਅਦ, ਭਾਵੇਂ ਕਿ ਯੁਗਾਂ ਦਾ ਖਿਆਲ ਦੱਸਿਆ ਗਿਆ ਕਿ ਯੁੱਗ ਜਿਹੜੇ ਆ ਉਹਨਾਂ ਦੇ ਹਿਸਾਬ ਨਾਲ ਮਨੁੱਖ ਦਾ ਜਨਮ ਹੁੰਦਾ ਹੈ, ਪਰ ਭਾਈ ਗੁਰਦਾਸ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਪਾਂ ਬਾਅਦ 'ਚ ਗੱਲ ਕਰਨੀ ਹੈ ਸ਼ਲੋਕ ਦੀ, ਉਹ ਸਤਿਗੁਰਾਂ ਨੇ ਇਹਨਾਂ ਯੁੱਗਾਂ ਦੇ ਆਧਾਰ 'ਤੇ ਵੰਡ ਕੀਤੀ ਹੈ ਮਨੁੱਖਾ ਸਰੀਰ ਦੀ। ਕਹਿੰਦੇ, ਜੁਗ ਜੁਗ ਸਤਿਯੁਗ ਦੂਜਾ ਭਰਮ ਕਰ, ਦੂਜੀ ਮਾਇਆ ਵਿਆਪ ਗਈ, ਤ੍ਰੇਤੇ ਵਿੱਚ ਫਿਰ ਜੂਨੀ ਆਵੇ। ਫਿਰ ਉਸ ਤੋਂ ਬਾਅਦ ਤ੍ਰੇਤਾ ਯੁੱਗ ਆਇਆ, ਉਹਦੇ ਵਿੱਚ ਮਨੁੱਖ ਦੀ ਫੇਰ ਦੁਬਾਰਾ ਜੂਨੀਆਂ ਦੇ ਵਿੱਚ ਇਹਨੇ ਆਉਣਾ ਕੀਤਾ ਹੈ, ਫੇਰ ਜੂਨੀਆਂ ਦੇ ਵਿੱਚ ਆਉਣ ਲੱਗ ਪਿਆ। ਸਤਿਯੁਗ 'ਚ ਭਰਮ ਵਿਆਪ ਗਿਆ, ਤੇ ਜਦੋਂ ਭਰਮ ਪੈਦਾ ਹੋਇਆ, ਮਾਇਆ ਦੇ ਨਾਲ ਪ੍ਰੀਤ ਲੱਗ ਗਈ, ਤੇ ਫਿਰ ਉਸ ਤੋਂ ਬਾਅਦ ਫੇਰ ਜੂਨੀ ਦੇ ਵਿੱਚ ਆਉਣਾ ਪਿਆ। ਤ੍ਰੇਤੇ ਕਰਮਾਂ ਬਾਂਧ ਤੇ ਦੁਆਪਰ ਫਿਰ ਅਵਤਾਰ ਕਰਾਵੇ। ਫਿਰ ਤ੍ਰੇਤੇ ਦੇ ਵਿੱਚ ਜਦੋਂ ਆਇਆ, ਜੂਨੀ ਲੈ ਕੇ, ਜਨਮ ਲੈ ਕੇ ਆਇਆ, ਦੁਬਾਰਾ ਫੇਰ ਕਿਤੇ ਮਨੁੱਖ ਦਾ ਜਨਮ ਮਿਲਿਆ। ਫਿਰ ਉਸ ਤੋਂ ਬਾਅਦ ਕਹਿੰਦੇ ਕਰਮਾਂ ਬਾਂਧ ਤੇ, ਫਿਰ ਕਰਮਾਂ ਨੇ ਬੰਨ ਲਿਆ ਇਹਨੂੰ, ਚੰਗੇ ਮਾੜੇ ਕਰਮਾਂ ਦੇ ਵਿੱਚ ਫਸ ਗਿਆ, ਬੰਧਨ ਪੈ ਗਏ ਕਰਮਾਂ ਦੇ। ਫਿਰ ਉਸ ਤੋਂ ਬਾਅਦ ਦੁਆਪਰ ਫਿਰ ਅਵਤਾਰ ਕਰਾ, ਫਿਰ ਇਹਦਾ ਦੁਬਾਰਾ ਦੁਆਪਰ ਦੇ ਵਿੱਚ ਅਵਤਾਰ ਹੋਇਆ ਮਨੁੱਖ ਦਾ। ਪਹਿਲਾਂ ਸਤਿਯੁਗ 'ਚ ਭਰਮ ਵਿਆਪਿਆ, ਫਿਰ ਤ੍ਰੇਤੇ 'ਚ ਜਨਮ ਲਿਆ, ਫਿਰ ਤ੍ਰੇਤੇ 'ਚ ਕਰਮਾਂ ਨੇ ਬੰਨ ਲਿਆ, ਤੇ ਫਿਰ ਦੁਆਪਰ ਦੇ ਵਿੱਚ ਆਇਆ। ਤੇ ਜਦੋਂ ਦੁਆਪਰ 'ਚ ਮਨੁੱਖ ਆਇਆ, ਦੁਆਪਰ ਮਮਤਾ ਅਹੰਕਾਰ ਹਉਮੈ ਅੰਦਰ ਗਰਭ ਗਲਾਵੇ। ਭਾਈ ਗੁਰਦਾਸ ਜੀ ਕਹਿੰਦੇ, ਫਿਰ ਦੁਆਪਰ ਦੇ ਵਿੱਚ ਹੋਇਆ ਕਿ ਜਿਹੜਾ ਹੈ ਨਾ, ਦੁਆਪਰ ਦੇ ਵਿੱਚ ਮਮਤਾ ਦੇ ਹੰਕਾਰ 'ਚ ਮਾਰਿਆ ਗਿਆ। ਹੰਕਾਰ ਆ ਗਿਆ ਕਿ ਮੈਂ ਹੀ ਮੈਂ, ਮੈਨੂੰ ਸਾਰਾ ਕੁਝ ਪਤਾ ਹੈ, ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ। ਇੰਨਾ ਹੰਕਾਰ ਵੱਧ ਗਿਆ, ਕਹਿੰਦੇ ਹਉਮੈ ਅੰਦਰ ਗਰਭ ਗਲਾਵੇ। ਇਸ ਹਉਮੈ ਦੇ ਵਿੱਚ ਹੀ ਮਨੁੱਖ ਜਿਹੜਾ ਗਰਭ ਗਲਾਵੇ, ਗਰਭ ਦੇ ਵਿੱਚ ਗਲ ਜਾਂਦਾ ਹੈ, ਭਾਵ ਮਰ ਜਾਂਦਾ ਹੈ। ਇੰਨਾ ਇਹਨੂੰ ਹੰਕਾਰ ਹੋ ਜਾਂਦਾ, ਇੰਨਾ ਗਰਭ ਕਰਦਾ ਆਪਣੇ ਆਪ ਦੇ ਉੱਤੇ। ਕਹਿੰਦੇ ਇਸ ਤਰ੍ਹਾਂ ਮਨੁੱਖ ਦਾ ਜਿਹੜਾ ਜੀਵਨ ਹੈ, ਸਤਿਯੁਗ ਦੀ ਨਿਆਈ ਜਦੋਂ ਆਉਂਦਾ ਹੈ ਮਨੁੱਖ, ਫਿਰ ਭਰਮ ਕਰਦਾ ਹੈ, ਭਰਮ ਕਰਕੇ ਜਾਂਦਾ ਹੈ, ਫਿਰ ਦੁਬਾਰਾ ਜਨਮ ਲੈਂਦਾ ਹੈ, ਜੋਨੀਆਂ ਭੁਗਤਦਾ ਹੈ, ਫਿਰ ਕਰਮ ਕਿਤੇ ਬੰਨ੍ਹ ਲੈਂਦੇ ਆ ਇਹਨੂੰ, ਫਿਰ ਕਿਤੇ ਇਹਦੇ ਤੇ ਹੰਕਾਰ ਹਾਵੀ ਹੋ ਜਾਂਦਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਤੁਰਿਆ ਫਿਰਦਾ, ਇਸੇ ਤਰ੍ਹਾਂ ਤੁਰਿਆ ਫਿਰਦਾ ਹੈ। ਕਹਿਣ ਤੋਂ ਭਾਵ, ਜੇ ਕਿਸੇ ਨੂੰ ਭਰਮ ਹੈ ਦੂਜਾ, ਉਹ ਸਤਿਯੁਗ ਦੀ ਨਿਆਈ ਹੈ। ਜੇ ਕਿਸੇ ਦੇ ਵਿੱਚ ਕਰਮਾਂ ਦੀ ਬੰਧਤਾ ਹੈ,
ਜੇ ਕੋਈ ਚੰਗੇ ਕਰਮਾਂ ਦਾ ਮਾੜੇ ਕਰਮਾਂ ਦੇ ਵਿੱਚ ਫਸਿਆ ਹੈ ਉਹ ਤ੍ਰੇਤੇ ਯੁੱਗ ਦੇ ਵਿੱਚ ਫਿਰਦਾ ਹੈ, ਤੇ ਜੇ ਭਾਈ ਗੁਰਦਾਸ ਜੀ ਕਹਿੰਦੇ ਆ ਹੰਕਾਰ ਦੇ ਵਿੱਚ ਹੈ ਤੇ ਫਿਰ ਦੁਆਪਰ ਦੇ ਵਿੱਚ ਫਿਰਦਾ ਹੈ। ਇਸ ਤਰ੍ਹਾਂ ਸਮਝੋ ਮਨੁੱਖ ਨੂੰ। ਤਿਹੋ ਜੁਗਾ ਕੇ ਕਰਮ ਕਰ, ਜਨਮ ਮਰਨ ਸੰਸਾਰ ਨਾ ਚੁਕਾਵੇ। ਕਹਿੰਦੇ ਇਹਨਾਂ ਤਿੰਨਾਂ ਯੁੱਗਾਂ ਦੇ ਕਰਮ ਕਰਦਾ ਆ, ਜੰਮਣ ਮਰਨ ਦਾ ਜਿਹੜਾ ਫਿਕਰ ਇਹ ਉਹਦਾ ਚੁੱਕਦਾ ਨਹੀਂ, ਖਤਮ ਨਹੀਂ ਹੁੰਦਾ, ਸੰਸਾਰ ਨਹੀਂ ਚੁੱਕਦਾ। ਤਿੰਨਾਂ ਯੁੱਗਾਂ ਦੇ ਵਿੱਚ ਇਸੇ ਤਰ੍ਹਾਂ ਮਨੁੱਖ ਕਰਮ ਕਰਦਾ ਹੈ, ਜੰਮਦਾ ਹੈ, ਮਰਦਾ ਹੈ, ਫੇਰ ਆਉਂਦਾ ਹੈ, ਫੇਰ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਇਹਦਾ ਇਹ ਚੱਕਰ ਚੱਲਦਾ ਰਹਿੰਦਾ ਹੈ। ਫਿਰ ਕਲਯੁਗ ਦੇਹੀ ਦੇ ਕਰ, ਕਰਮਾਂ ਅੰਦਰ ਫੇਰ ਵਸਾਵੇ। ਕਹਿੰਦੇ ਫਿਰ ਕਲਯੁਗ ਦਾ ਸਮਾਂ ਆਉਂਦਾ ਹੈ, ਫਿਰ ਇਹ ਕਹਿੰਦੇ ਕਰਮਾਂ ਦਾ ਬੱਧਾ ਹੋਇਆ ਇਹ ਫਸਿਆ ਰਹਿੰਦਾ ਹੈ। ਦੁਆਪਰ ਦਾ ਬੱਧਾ ਕਲਯੁਗ ਦੇ ਵਿੱਚ ਆ ਜਾਂਦਾ ਹੈ, ਤੇ ਕਲਯੁਗ 'ਚ ਦੇਹ ਧਾਰ ਕੇ ਫਿਰ ਆਪਣੇ ਆਪ ਨੂੰ ਕਰਮਾਂ 'ਚ ਹੀ ਫਸਾਈ ਫਿਰਦਾ ਹੈ, ਫਿਰ ਵਿਕਾਰਾਂ 'ਚ ਫਸ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਅਵਸਰ ਚੁੱਕਾ ਹੱਥ ਨਾ ਆਵੇ। ਇਹ ਮਨੁੱਖਾ ਦੇਹੀ ਦਾ ਜਿਹੜਾ ਅਵਸਰ ਆ ਨਾ, ਇਹ ਚੁੱਕ ਗਿਆ, ਜਦੋਂ ਖਤਮ ਹੋ ਗਿਆ ਤੇ ਇਹ ਦੁਬਾਰਾ ਤੇਰੇ ਹੱਥ ਵਿੱਚ ਨਹੀਂ ਆਉਣਾ। ਜਿੱਥੇ ਮਰਜ਼ੀ ਭੱਜ ਲਈ, ਤੈਨੂੰ ਦੁਬਾਰਾ ਇਹ ਮਨੁੱਖਾ ਦੇਹੀ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਤੂੰ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਯਾਦ ਕਰ ਲਾ, ਉਸ ਪਰਮੇਸ਼ਰ ਵਾਹਿਗੁਰੂ ਨੂੰ ਸਿਮਰ ਲਾ, ਤਾਂ ਕਿ ਤੇਰੇ ਸਰੀਰ ਦਾ ਕੁਝ ਬਣ ਜਾਵੇ, ਤੇਰੇ ਮਨ ਦਾ ਵਿਕਾਰ ਖਤਮ ਹੋ ਜਾਣ, ਤੂੰ ਪਰਮੇਸ਼ਰ ਨੂੰ ਪ੍ਰਾਪਤ ਕਰ ਲੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਸਾ ਰਾਗ ਦੇ ਅੰਦਰ ਜੋ ਵਾਰ ਹੈ ਸਤਿਗੁਰਾਂ ਦੀ, ਉਹਦੇ ਅੰਦਰ ਬੜਾ ਸੁੰਦਰ ਸ਼ਲੋਕ ਹੈ ਸਾਧ ਸੰਗਤ। ਉਹਦੇ ਵਿੱਚ 2 ਸ਼ਲੋਕ ਨੇ, ਇਹਨਾਂ ਦੋਵਾਂ ਪੌੜੀਆਂ ਦੇ ਹਿਸਾਬ ਦੇ ਨਾਲ ਜੋ ਹੈ ਉਹ ਸਤਿਗੁਰਾਂ ਨੇ ਦੱਸੇ ਹਨ। ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਦੀ ਵਾਰ ਦੀ 13ਵੀਂ ਪੌੜੀ ਹੈ ਨਾ, ਉਹਦੇ ਨਾਲ ਦੇ ਸ਼ਲੋਕ ਨੇ ਸਾਧ ਸੰਗਤ। ਆਪ ਜੀ ਨੂੰ ਸ਼ਲੋਕ ਯਾਦ ਹੋਣਗੇ। ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਾਤ ਇੱਕ ਰਤਵਾਓ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੇ ਤਾਹੀ। ਫਿਰ ਸਤ ਜੁਗ ਰਤ ਸੰਤੋਖ ਕਾ, ਧਰਮ ਅਗੇ ਰਤਵਾਹੋ, त्रेते रथ जते का जोर अगे रतवाहो, द्वापर रथ तपे का सत अगे रतवाहो, कलयुग रथ अगन का कूड़ अगे रतवाहो। सो इत्थे भी गुरु नानक साहब ने यही जो भाई गुरदास जी ने गल की है ना, कि बड़ा वड्डा जिहड़ा मेर है, भाव बहुत श्रोमणी है, मनुख नूं शरीर मिलिया। ते ये जिहड़ा है ना, एक रथ एक रथवाहो, ये मनुख शरीर रूपी रथ दे उत्ते चढ़िया होया रथवाह है। रथवाह हुंदा रथ नूं चलाउण वाला। ये सानूं शरीर मिलिया है, ते ये सानूं बड़ा जिहड़ा है ना, कई जन्मां तो बाद किते शरीर मिलिया। ये श्रोमणी है शरीर संसार दे विच। ते भाई गुरदास जी कहंदे आ, ये श्रोमणी शरीर भाई तैनूं जिहड़ा मिलिया है, भाई गुरु नानक साहब सच्चे पातशाह भी कहंदे आ, कहंदे भाई तैनूं जिहड़ा ये शरीर मिलिया ना, मनुखा देही जिहड़ी मिली है, नानक मेर शरीर का एक रथ एक रथवाहो, फिर जुग जुग फेर वटाइए ज्ञानी बुझे ताहे। कहंदे जुगां दे हिसाब दे नाल ये वटदा है शरीर। ਜਦੋਂ ਕੋਈ ਮਨੁੱਖ ਕਰਮ ਕਰਦਾ ਹੈ ਉਸ ਹਿਸਾਬ ਦੇ ਨਾਲ ਕਹਿੰਦੇ ਆ ਕਿ ਸਰੀਰ ਵੱਟਦਾ, ਪਰ ਬੁੱਝਦਾ ਕੌਣ ਹੈ? ਗਿਆਨੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਕੋਈ ਗਿਆਨੀ ਇਹਨੂੰ ਬੁੱਝ ਸਕਦਾ ਹੈ, ਹਰ ਕਿਸੇ ਦੀ ਸਮਝ ਦੇ ਵਿੱਚ ਇਹ ਗੱਲ ਨਹੀਂ ਆਉਂਦੀ, ਕੋਈ ਗਿਆਨੀ ਮਨੁੱਖ ਇਹਨੂੰ ਬੁੱਝ ਸਕਦਾ ਹੈ। ਇਸੇ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਸਤ ਜੁਗ ਰਤ ਸੰਤੋਖ ਕਾ, ਧਰਮ ਅਗੈ ਰਤਵਾਹੁ। ਜਦੋਂ ਸਤਿਯੁਗ ਦਾ ਸਮਾਂ ਸੀ, ਉਸ ਸਮੇਂ ਫਿਰ ਧਰਮ ਰਥਵਾ ਹੋ ਗਿਆ, ਮਨੁੱਖ ਦੇ ਉੱਤੇ ਧਰਮ ਭਾਰੀ ਹੋ ਗਿਆ। ਧਰਮ ਦੇ ਵਿੱਚ ਲੱਗ ਕੇ ਮਨੁੱਖ ਕਰਮ ਕਰਦੇ ਸੀ। ਭਾਵ ਜਦੋਂ ਮਨੁੱਖ ਧਰਮ ਕਰਮ ਕਰਦਾ ਹੈ, ਉਦੋਂ ਸਤਿਯੁਗ ਦੇ ਵਿੱਚ ਵਰਤ ਰਿਹਾ ਹੁੰਦਾ ਹੈ, ਉਦੋਂ ਸਤਿਯੁਗ ਹੀ ਹੁੰਦਾ ਹੈ। ਫਿਰ ਕਹਿੰਦੇ ਤ੍ਰੇਤੇ ਰਥ ਜਤੇ ਕਾ, ਜੋਰ ਅੱਗੇ ਰਥਵਾਓ। ਕਹਿੰਦੇ ਜਦੋਂ ਤ੍ਰੇਤਾ ਮਨੁੱਖ ਦੇ ਉੱਤੇ ਭਾਰੀ ਹੁੰਦਾ ਨਾ, ਤ੍ਰੇਤਾ ਯੁੱਗ, ਉਦੋਂ ਮਨੁੱਖ ਕੀ ਕਰਦਾ ਹੈ ਕਿ ਜਤ ਸਤ ਦੇ ਵਿੱਚ ਕਾਇਮ ਰਹਿੰਦਾ ਹੈ, ਜਤੀ ਬਣ ਜਾਂਦਾ ਹੈ, ਜਤ ਸਤ ਕਾਇਮ ਰੱਖਦਾ ਹੈ ਆਪਣਾ। ਜ਼ੋਰ ਅੱਗੇ ਰਥਵਾਓ, ਜ਼ੋਰ ਦੇ ਨਾਲ, ਧੱਕੇ ਦੇ ਨਾਲ ਆਪਣੇ ਸਰੀਰ ਦੇ ਉੱਤੇ ਕਾਬੂ ਕਰਦਾ ਹੈ। ਇਸ ਤਰ੍ਹਾਂ ਮਨੁੱਖ ਦਾ ਸਰੀਰ ਜਿਹੜਾ ਤ੍ਰੇਤੇ ਦੇ ਵਿੱਚ ਫਿਰ ਰਿਹਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਕਹਿੰਦੇ ਆ ਦੁਆਪਰ ਰਥ ਤਪੈ ਕਾ, ਸਤ ਅੱਗੇ ਰਥਵਾਓ। ਕਹਿੰਦੇ ਜਦੋਂ ਦੁਆਪਰ ਆਇਆ, ਦੁਆਪਰ ਦੇ ਰਥ ਜਿਹੜਾ ਹੈ ਨਾ, ਸਰੀਰ ਜਿਹੜਾ ਹੈ ਉਹ ਤਪ ਵਰਗਾ ਬਣ ਗਿਆ। ਜਦੋਂ ਮਨੁੱਖ ਦੀ ਅਵਸਥਾ ਦੁਆਪਰ ਯੁੱਗ ਦੇ ਵਿੱਚ ਪਹੁੰਚੀ ਤੇ ਉਹ ਤਪ ਬਣ ਗਿਆ। ਫਿਰ ਸਤ ਅੱਗੇ ਰਥਵਾਓ, ਫਿਰ ਮਨੁੱਖ ਨੇ ਆਚਰਣ ਦੇ ਉੱਤੇ, ਆਪਣੇ ਆਚਰਣ ਦੇ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ, ਇਹਨੂੰ ਕਮਾਉਣਾ ਸ਼ੁਰੂ ਕੀਤਾ। ਫਿਰ ਉਹ ਮਨੁੱਖ ਦਾ ਸਰੀਰ ਇਵੇਂ ਜਾਣੋ ਜਿਵੇਂ ਉਹ ਦੁਆਪਰ ਦੇ ਵਿੱਚ ਫਿਰ ਰਿਹਾ ਹੋਵੇ। ਫਿਰ ਕਹਿੰਦੇ ਕਾਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾਓ। ਤੇ ਕਾਲਯੁਗ ਕੀ ਹੈ? ਜਿਸ ਮਨੁੱਖ ਦੇ ਕੋਲ ਨਾਮ ਬੰਦਗੀ ਸਿਮਰਨ ਪਰਮੇਸ਼ਰ ਦੀ ਭਜਨ ਬੰਦਗੀ ਨਹੀਂ ਹੈ, ਜਿਸ ਮਨੁੱਖ ਦੇ ਕੋਲ, ਤੇ ਉਹ ਕੂੜ ਦੇ ਵਿੱਚ ਲੱਗਾ ਹੋਇਆ ਹੈ,
ਤੇ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਕਹਿੰਦੇ ਕਲਯੁਗ ਰਥ ਅਗਨ ਕਾ, ਕਹਿੰਦੇ ਇਹ ਅੱਗ ਦੀ ਨਿਆਈ ਹੈ ਮਨੁੱਖ। ਜਿਹੜਾ ਮਨੁੱਖ ਭਜਨ ਬੰਦਗੀ ਨਹੀਂ ਨਾ ਕਰਦਾ ਇਹ ਸਰੀਰ ਲੈ ਕੇ, ਉਹ ਅੱਗ ਦੀ ਨਿਆਈ ਹੈ। ਇਹ ਰੱਥ ਦੇ ਉੱਤੇ ਚੜਿਆ ਹੋਇਆ ਰਥਵਾ ਮਨੁੱਖ ਜਿਹੜਾ ਹੈ ਨਾ, ਸਰੀਰ ਰੂਪੀ ਰੱਥ ਤੇ ਚੜਿਆ ਹੋਇਆ, ਇਹ ਕਾਗਣ ਦੀ ਨਿਆਈ ਹੈ। ਤੇ ਇਹ ਕਹਿੰਦੇ ਆ ਕੂੜ ਅੱਗੇ ਰਥਵਾਹੋ, ਤੇ ਮਨੁੱਖ ਦੇ ਅੱਗੇ ਜਿਹੜਾ ਰਥਵਾ ਹੈ ਨਾ, ਉਹ ਮਨੁੱਖ ਕੂੜ ਝੂਠ ਦਾ ਜਿਹੜਾ ਪਸਾਰਾ ਹੋ ਜਾਂਦਾ ਉਹਦੇ ਉੱਤੇ, ਸਰੀਰ ਦੇ ਉੱਤੇ। ਇਸ ਤਰ੍ਹਾਂ ਕਹਿੰਦੇ ਕਲਯੁਗ ਜਿਹੜਾ ਵਾਪਰ ਰਿਹਾ ਹੈ, ਜੋ ਭਾਈ ਗੁਰਦਾਸ ਜੀ ਨੇ ਅੱਜ ਗੱਲ ਕੀਤੀ ਹੈ ਕਿ ਦੁਆਪਰ ਤ੍ਰੇਤਾ ਇਹ ਸਾਰੇ ਜਿੰਨੇ ਵੀ ਯੁੱਗ ਹਨ, ਇਹ ਮਨੁੱਖ ਜਿਉਂਦਾ ਹੈ, ਹਰ ਕੋਈ ਮਨੁੱਖ ਜਿਉਂਦਾ ਹੈ। ਕਹਿੰਦੇ ਜੇ ਕੋਈ ਮਨੁੱਖ ਜਿਹੜਾ ਹੈ ਭਰਮ ਦੇ ਵਿੱਚ ਹੈ, ਤੇ ਇੰਜ ਸਮਝੋ ਉਹ ਸਤਯੁਗ ਦੇ ਵਿੱਚ ਹੈ, ਮਤਲਬ ਸਤਯੁਗ ਹੰਢਾ ਰਿਹਾ। ਤੇ ਜੇ ਕੋਈ ਮਨੁੱਖ ਭਾਈ ਗੁਰਦਾਸ ਜੀ ਕਹਿੰਦੇ ਆ ਕਰਮਾਂ ਦਾ ਬੰਨਿਆ ਹੋਇਆ ਹੈ, ਤੇ ਫਿਰ ਉਹ ਸਮਝ ਲਓ ਕਿ ਉਹ ਤ੍ਰੇਤੇ ਯੁੱਗ ਦੇ ਵਿੱਚ ਹੈ। ਤੇ ਜੇ ਕੋਈ ਮਨੁੱਖ ਹੰਕਾਰ ਦੇ ਵਿੱਚ ਫਿਰ ਰਿਹਾ ਹੈ, ਤੇ ਉਹ ਸਮਝ ਲਓ ਤੁਸੀਂ ਦੁਆਪਰ ਦੇ ਵਿੱਚ ਹੈ। ਤੇ ਫਿਰ ਉਸ ਤੋਂ ਬਾਅਦ ਕਿਹਾ ਜੇ ਕਲਯੁਗ ਜਿਹੜਾ ਹੈ ਨਾ, ਫਿਰ ਕਲਯੁਗ ਅੰਦਰ ਦੇ ਤਰ ਕਰਮਾਂ ਅੰਦਰ ਫਿਰ ਵਸਾ। ਤੇ ਜੇ ਫਿਰ ਦੁਬਾਰਾ ਕਰਮਾਂ ਦੇ ਵਿੱਚ ਵਸਿਆ ਗਿਆ, ਕਰਮ ਕਾਂਡਾਂ ਦੇ ਵਿੱਚ ਫਸ ਗਿਆ, ਜੇ ਵਿਕਾਰ ਉਹਦੇ ਅੰਦਰ ਆ ਗਏ, ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾਹੋ, ਕਹਿੰਦੇ ਫਿਰ ਅਵਸਰ ਚੁਕਾ ਹੱਥ ਨਾ ਆਵੇ। ਇਹ ਜਿਹੜਾ ਮਨੁੱਖਾ ਦੇਹ ਦਾ ਅਵਸਰ ਤੈਨੂੰ ਭਾਈ ਪ੍ਰਾਪਤ ਹੋਇਆ ਨਾ, ਇਹ ਦੁਬਾਰਾ ਤੇਰੇ ਹੱਥ ਨਹੀਂ ਆਉਣਾ। ਇਹ ਭਾਈ ਗੁਰਦਾਸ ਜੀ ਨੇ 15ਵੀਂ ਪੌੜੀ ਦੇ ਅੰਦਰ ਬਿਆਨ ਕੀਤਾ। ਸੋ ਅੱਗੇ ਸਾਧ ਸੰਗਤ ਜਿਹੜੀ ਹੈ 16ਵੀਂ ਪੌੜੀ ਕਲਯੁਗ ਤੇ ਨਾਮ। ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਸਤਿਗੁਰਾਂ ਨੇ ਕਹੀ, ਕਿਉਂਕਿ ਸਾਧ ਸੰਗਤ ਪਿਛਲੇ ਯੁਗਾਂ ਦੇ ਅੰਦਰ ਜਿਹੜਾ ਨਾ, ਆਪਾਂ ਪਿਛੇ ਵੀ ਪੜ੍ਹ ਕੇ ਆਏ ਆ, ਪਿਛਲੇ ਯੁਗਾਂ ਦੀ ਜਿਹੜੀ ਗੱਲ ਕੀਤੀ, ਲੋਕ ਤਪ ਕਰਦੇ ਸਨ, ਕਠਨ ਘਾਲਣਾ ਘਾਲਦੇ ਸੀ, ਬੜਾ ਕੁਝ ਕਰਦੇ ਸੀ। ਪਰ ਸਾਧ ਸੰਗਤ ਜਦੋਂ ਕਲਯੁਗ ਆਇਆ ਨਾ, ਤੇ ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ। ਜਿਹੜਾ ਨਾਮ ਜਪਦਾ ਹੈ ਉਹਦੀ ਵਡਿਆਈ ਹਰ ਥਾਂ ਹੁੰਦੀ ਹੈ। ਨਾਮ ਦੀ ਵਡਿਆਈ ਕਲਯੁਗ ਦੇ ਵਿੱਚ ਦਰਸਾਈ ਹੈ ਸਾਧ ਸੰਗਤ। ਆਪਾਂ ਜਦੋਂ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿਚਾਰੀ ਸੀ ਨਾ ਪਿਛਲੇ ਦਿਨਾਂ ਦੇ ਅੰਦਰ, ਤੇ ਉਦੋਂ ਇੱਕ ਬੜੀ ਪਿਆਰੀ ਸਾਖੀ ਆਈ ਸੀ। ਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰਾਂ ਨੇ ਕਿਹਾ ਸੀ ਭਾਈ ਨਾਮ ਜਪੋ, ਬੰਦਗੀ ਕਰੋ, ਸਿਮਰਨ ਕਰੋ, ਤੁਹਾਡਾ ਭਲਾ ਹੋਵੇਗਾ। ਤੇ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਕਿ ਨਾਮ ਜਪਣ ਦੇ ਨਾਲ ਕਿਵੇਂ ਭਲਾ ਹੋ ਜਾਵੇਗਾ, ਜਦੋਂ ਕਿ ਲੋਕੀ ਕਠਨ ਤਪ ਘਾਲਦੇ ਆ, ਇੰਨਾ ਕੁਛ ਕਰਦੇ ਆ, ਤੇ ਨਾਮ ਜਪਣ ਨਾਲ ਕੀ ਭਲਾ ਹੋਵੇਗਾ, ਸਾਨੂੰ ਉਦਾਹਰਨ ਦੇ ਕੇ ਸਮਝਾਓ। ਤੇ ਉਸ ਸਮੇਂ ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਭਾਈ ਜਿਵੇਂ ਇੱਕ ਲੱਕੜਹਾਰਾ ਜਿਹੜਾ ਲੱਕੜਾਂ ਕੱਟਣ ਜਾਂਦਾ ਜੰਗਲ ਦੇ ਵਿੱਚ, ਉਹ ਬੜੀ ਮਿਹਨਤ ਦੇ ਨਾਲ ਲੱਕੜਾਂ ਕੱਟਦਾ, ਬੜਾ ਕੁਝ ਕਰਦਾ, ਪਰ ਉਹਦਾ ਮੁੱਲ ਉਹਨੂੰ ਕਿੰਨਾ ਕੁ ਮਿਲਦਾ, ਕੋਈ 1 ਜਾਂ 2 ਪੈਸੇ ਮਿਲਦਾ ਉਸ ਸਮੇਂ ਦੇ ਹਿਸਾਬ ਨਾਲ। ਕਹਿੰਦੇ ਇੰਨਾ ਕੁ ਮੁੱਲ ਮਿਲਦਾ, ਪਰ ਮਿਹਨਤ ਉਹਦੀ ਜ਼ਿਆਦੀ ਆ। ਫਿਰ ਉਸ ਤੋਂ ਬਾਅਦ ਸਤਿਗੁਰਾਂ ਨੇ ਸਮਝਾਇਆ, ਕਹਿੰਦੇ ਜਿਵੇਂ ਕੋਈ ਦੁਕਾਨਦਾਰ ਹੋਵੇ, ਕਰਿਆਨੇ ਦੀ ਦੁਕਾਨ ਵਾਲਾ ਹੋਵੇ, ਕੱਪੜੇ ਦੀ ਦੁਕਾਨ ਵਾਲਾ ਹੋਵੇ, ਕੋਈ ਵੀ ਜਿਹੜਾ ਆ ਦੁਕਾਨਦਾਰ ਹੋਵੇ, ਤੇ ਜੇ ਉਹ ਦੁਕਾਨਦਾਰ ਆਪਣੀ ਦੁਕਾਨ ਤੇ ਬੈਠਾ ਸੌਦਾ ਵੇਚੇ, ਤੇ ਉਹਦੇ ਕੋਲ ਗਾਹਕ ਆਉਣ, ਮਿਹਨਤ ਉਹਦੀ ਲੱਕੜਹਾਰੇ ਤੋਂ ਘੱਟ ਆ, ਪਰ ਕਮਾਈ ਉਹਦੀ ਜ਼ਿਆਦੀ ਆ, ਲੱਕੜਹਾਰੇ ਨਾਲੋਂ ਵੱਧ ਕਮਾਈ ਉਹਦੀ ਮਿਲਦੀ ਹੈ, ਪਰ ਫਿਰ ਵੀ ਉਹਦੀ ਜਿਹੜੀ ਮਿਹਨਤ ਉਹ ਹੈਗੀ ਆ, ਲੱਗਦੀ ਹੈ ਮਿਹਨਤ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਜਿਵੇਂ ਇਸ ਤੋਂ ਬਾਅਦ ਤੀਸਰੇ ਨੰਬਰ ਤੇ ਕੋਈ ਸੁਨਿਆਰਾ ਜਿਹੜਾ ਸੋਨੇ ਦੇ ਗਹਿਣੇ ਬਣਾ ਬਣਾ ਵੇਚਦਾ, ਉਹਦੀ ਮਿਹਨਤ ਜਿਹੜੀ ਹੈ ਉਹ ਕੱਪੜੇ ਵਾਲੇ ਤੋਂ ਤੇ ਲੱਕੜਹਾਰੇ ਤੋਂ ਘੱਟ ਹੈ, ਪਰ ਉਹਨੂੰ ਕਮਾਈ ਵੱਧ ਹੁੰਦੀ ਹੈ। ਸੋਨੇ ਦਾ ਮੁੱਲ ਜ਼ਿਆਦਾ ਹੁੰਦਾ ਤੇ ਸੋਨੇ ਦੀ ਕਮਾਈ ਉਹਨੂੰ ਵੱਧ ਹੁੰਦੀ ਹੈ। ਤੇ ਇਸੇ ਤਰ੍ਹਾਂ ਫਿਰ ਸਤਿਗੁਰਾਂ ਨੇ ਕਿਹਾ ਜਿਹੜਾ ਹੀਰਿਆਂ ਦਾ ਵਪਾਰੀ ਹੁੰਦਾ ਹੈ, ਤੇ ਹੀਰਿਆਂ ਦਾ ਵਪਾਰੀ ਕਿਤੇ ਇੱਕ ਹੀਰਾ ਆਪਣਾ ਵੇਚ ਦਵੇ ਨਾ, ਤੇ ਇੱਕ ਹੀਰੇ ਦੇ ਨਾਲ ਉਹਦਾ ਘਰ ਭਰ ਜਾਂਦਾ ਹੈ, ਉਹਨੂੰ ਸਾਰਾ ਸਾਲ ਕਮਾਉਣ ਦੀ ਲੋੜ ਨਹੀਂ ਪੈਂਦੀ, ਇੰਨਾ ਧਨ ਪਦਾਰਥ ਆ ਜਾਂਦਾ, ਪਰ ਮਿਹਨਤ ਉਹਦੀ ਘੱਟ ਹੁੰਦੀ ਹੈ। ਕਿਉਂਕਿ ਹੀਰਿਆਂ ਦਾ ਵਪਾਰੀ ਹੀਰੇ ਲੈ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਵੇਚ ਦਵੇ, ਤੇ ਉਹਦੀ ਕਮਾਈ ਮਿਹਨਤ ਘੱਟ ਹੈ, ਲੱਕੜਹਾਰੇ ਤੋਂ ਵੀ, ਤੇ ਇੱਕ ਕਰਿਆਨੇ ਦੀ ਦੁਕਾਨ ਵਾਲੇ ਨਾਲੋਂ ਵੀ, ਤੇ ਇੱਕ ਸੁਨਿਆਰੇ ਦੇ ਨਾਲੋਂ ਵੀ, ਪਰ ਉਹਨੂੰ ਮੁੱਲ ਜਿਹੜਾ ਹੈ, ਮਹਾਰਾਜ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਿ ਇਹਨੂੰ ਮੁੱਲ ਵੱਧ ਮਿਲਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਕਿਹਾ ਕਿ ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ, ਕਿ ਨਾਮ ਜਪਣ ਦੇ ਨਾਲ ਇਵੇਂ ਆ, ਨਾਮ ਜਪਣਾ ਜਿਵੇਂ ਹੀਰਿਆਂ ਦਾ ਵਪਾਰ ਕਰਨਾ, ਜਿਵੇਂ ਹੀਰਿਆਂ ਦਾ ਵਪਾਰ ਕਰਨਾ, ਜਿਵੇਂ ਕਠਨ ਤਪ ਘਾਲਣੀਆਂ, ਉਹ ਲੱਕੜਾਂ ਕੱਟਣ ਦੇ ਬਰਾਬਰ ਹੈ। ਹੋਰ ਕਰਮ ਕਾਂਡ ਕਰਨੇ ਜਿਹੜੇ ਆ ਉਹ ਦੂਸਰੇ ਕਾਰਜ ਕਰਨ ਦੇ ਬਰਾਬਰ ਹੈ, ਕਰਿਆਨੇ ਦੀ ਦੁਕਾਨ ਚਲਾਉਣ ਦੇ ਬਰਾਬਰ ਹੈ। ਪਰ ਮਹਾਰਾਜ ਨੇ ਕਿਹਾ ਨਾਮ ਜਪਣਾ ਜਿਹੜਾ ਹੀਰਿਆਂ ਦੇ ਵਪਾਰ ਕਰਨ ਦੇ ਬਰਾਬਰ ਹੈ।
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਅੱਜ ਇਹ ਜਿਹੜੀ 16ਵੀਂ ਪੌੜੀ ਦੇ ਅੰਦਰ ਗੱਲ ਕੀਤੀ ਹੈ ਨਾ, ਇਹੀ ਕੀਤੀ ਹੈ ਕਲਯੁਗ ਤੇ ਨਾਮ ਦੀ ਗੱਲ। ਤੇ ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ, ਕਿਉਂਕਿ ਸਤਿਗੁਰਾਂ ਨੇ ਕਿਹਾ ਨਾ, ਸਤਿਗੁਰ ਕਹਿੰਦੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੁੱਤ ਨਾਹੀ ਮਤ ਭਰਮ ਭੁੱਲੋ ਭੁੱਲੋ। ਮਾਰੇ ਕਹਿੰਦੇ ਕਲਯੁਗ ਆ ਗਿਆ, ਇਹਦੇ ਵਿੱਚ ਨਾਮ ਬੀਜ, ਨਾਮ ਬੀਜ, ਕਿਉਂਕਿ ਸਮਾਂ ਹੀ ਇਹੋ ਹੈ ਕਲਯੁਗ ਦੇ ਵਿੱਚ ਨਾਮ ਜਪਣ ਦਾ। ਜਿਹੜਾ ਨਾਮ ਜਪਦਾ ਹੈ ਕਲਯੁਗ 'ਚ ਉਹਦਾ ਹੀ ਕਲਿਆਣ ਹੁੰਦਾ ਹੈ, ਉਹੀ ਮਨੁੱਖ ਮੁਕਤ ਹੁੰਦਾ ਹੈ, ਦੂਸਰਾ ਮੁਕਤ ਨਹੀਂ ਹੋ ਸਕਦਾ। ਸੋ ਕੀ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ, ਬਿਨਾ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨਾ ਠਾਈ, ਲਾਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ, ਪਾਇਆ ਮਾਨਸ ਦੇਹੇ ਕੋ, ਹੱਥੋਂ ਚੁੱਕਿਆ ਠੌਰ ਨਾ ਠਾਈ, ਕਲਯੁਗ ਦੇ ਉਪਕਾਰ ਸੁਣ, ਜੈਸੇ ਵੇਦ ਅਥਰ ਬਣ ਗਾਈ, ਭਾਉ ਭਗਤ ਭਗਵਾਨ ਹੈ, ਜਗ ਹੋਮ ਤੇ ਪੁਰਬ ਕਮਾਈ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲਿਖੈ ਅੰਦਰ ਪਾਈ, ਕਲਯੁਗ ਨਾਵੈ ਕੀ ਵਡਿਆਈ। ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਦੀ ਜਿਹੜੀ ਸਾਧਨਾ ਨਾ, ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲਿਆ ਨਾ ਕਾਈ। ਕਹਿੰਦੇ ਕਲਯੁਗ ਦੀ ਜਿਹੜੀ ਸਾਧਨਾ ਨਾ ਉਹ ਸੁਣੋ ਭਾਈ, ਹੁਣ ਕਲਯੁਗ ਦੇ ਵਿੱਚ ਕਿਹਦੀ ਮਾਨਤਾ ਹੈ ਉਹ ਸੁਣੋ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਕੀ ਸੁਣ ਸਾਧਨਾ, ਭਾਈ ਕਲਯੁਗ ਦੇ ਵਿੱਚ ਕਿਸ ਚੀਜ਼ ਦੀ ਮਹਾਨਤਾ ਹੈ ਉਹ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਹੈ, ਉਹ ਸੁਣੋ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ। ਕਹਿੰਦੇ ਇਹਦੇ ਵਿੱਚ ਨਾ ਤੇ ਕੋਈ ਕਰਮ ਤੇ ਨਾ ਕਿਰਤ, ਰਾਈ ਜਿੰਨੀ ਵੀ ਗੱਲ ਨਹੀਂ ਚੱਲਦੀ। ਕਰਮ ਤੇ ਕਿਰਤ ਇਹਦੇ ਵਿੱਚ ਦੋਵੇਂ ਜਿਹੜੇ ਆ ਨਾ ਉਹਨਾਂ ਦੀ ਆਪਣੀ ਮਹਾਨਤਾ ਨਹੀਂ ਹੈ। ਕੋਈ ਮੈਨੂੰ ਕਰਮ ਕਾਂਡ ਕਰੀ ਜਾਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਕਰਮ ਦੀ ਵੀ ਕੋਈ ਵੀ ਨਹੀਂ ਚੱਲਦੀ ਕਲਯੁਗ ਦੇ ਵਿੱਚ। ਕੋਈ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਵੇ, ਕੁਰਬਾਨ ਇਸ਼ਨਾਨ ਕਰੀ ਜਾਵੇ, ਜਾ ਕੇ ਤੀਰਥਾਂ ਦੇ ਉੱਤੇ ਦਾਨ ਦੇਈ ਜਾਵੇ, ਕਹਿੰਦੇ ਉਹਦੀ ਵੀ ਨਹੀਂ ਚੱਲਣੀ। ਕਰਮ ਕਿਰਤ ਕੀ ਚੱਲੇ ਨਾ ਰਾਈ, ਕਹਿੰਦੇ ਨਾ ਕਰਮ ਦੀ ਚੱਲਣੀ ਆ ਨਾ ਕਿਰਤ ਦੀ ਚੱਲਣੀ ਆ, ਭਾਵੇਂ ਜਿੰਨੀ ਮਰਜ਼ੀ ਤੁਸੀਂ ਆਪਣੀ ਕਿਰਤ ਕਰੀ ਜਾਓ। ਕਈ ਕਹਿੰਦੇ ਆ ਨਾ ਕੰਮ ਹੀ ਪੂਜਾ, ਮਹਾਰਾਜ ਭਾਈ ਗੁਰਦਾਸ ਜੀ ਨੇ ਉਹੀ ਕਿਰਤ ਦੀ ਗੱਲ ਕਰਤੀ ਹੈ। ਜਿਹੜੇ ਇਕੱਲੇ ਕਹਿੰਦੇ ਆ ਨਾ ਕਿਰਤ ਹੀ ਸਾਡਾ ਸਾਰਾ ਧਰਮ ਆ, ਮਹਾਰਾਜ ਕਹਿੰਦੇ ਨਾ ਇਸ ਕਲਯੁਗ ਦੇ ਵਿੱਚ ਕਰਮ ਦੀ ਗੱਲ ਚੱਲਣੀ ਆ, ਭਾਵੇਂ ਕੋਈ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ, ਤੇ ਨਾ ਹੀ ਕਿਰਤ ਦੀ ਗੱਲ ਚੱਲਣੀ। ਹਾਂ, ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰਨੀ ਸਿਖਾਈ ਆ, ਪਰ ਉਸ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਨਾਮ ਵੀ ਜਪੋ, ਨਾਮ ਜਪੋ ਕਿਰਤ ਕਰੋ ਵੰਡ ਛਕੋ। ਇਹ ਤਿੰਨ ਗੱਲਾਂ ਮਹਾਰਾਜ ਨੇ ਕਹੀਆਂ। ਜੇ ਨਾਮ ਨਹੀਂ ਆ ਤੇ ਫਿਰ ਕਿਰਤ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਕਿਰਤ ਜਿਹੜੀ ਵਿਕਾਰਾਂ ਵੱਲ ਲੈ ਜਾਂਦੀ ਆ, ਉਹ ਵੀ ਕਿਰਤ ਜਿਹੜੀ ਸਾਨੂੰ ਭ੍ਰਿਸ਼ਟਾਚਾਰ ਵੱਲ ਲੈ ਜਾਂਦੀ ਆ, ਉਹ ਵੀ ਸਾਨੂੰ ਲੋਕਾਂ ਦੇ ਹੱਕ ਪਰਾਏ ਖੋਹਣ ਵੱਲ ਲੈ ਜਾਂਦੀ ਹੈ, ਜੇ ਅਸੀਂ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕਰਦੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਕਲਯੁਗ ਦੀ ਸਾਧਨਾ ਭਾਈ ਇਹ ਆ ਕਿ ਨਾ ਹੀ ਕੋਈ ਕਰਮਕਾਂਡ ਚੱਲਣਾ ਹੈ, ਤੇ ਨਾ ਹੀ ਕੋਈ ਕਰਮਕਾਂਡ ਚੱਲੇਗਾ, ਤੇ ਨਾ ਹੀ ਕੋਈ ਕਿਰਤ ਚੱਲੇਗੀ ਇਸ ਕਲਯੁਗ ਦੇ ਵਿੱਚ। ਬਿਨਾ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨਾ ਠਾਈ। ਕਹਿੰਦੇ ਭਗਵਾਨ ਪਰਮੇਸ਼ਰ ਵਾਹਿਗੁਰੂ ਦੇ ਭਜਨ ਤੋਂ ਬਿਨਾ, ਉਹਦੇ ਨਾਮ ਤੋਂ ਬਿਨਾ, ਪਰਮੇਸ਼ਰ ਦੇ ਨਾਮ ਤੋਂ ਬਿਨਾ, ਭਾਉ ਭਗਤ ਬਿਨ ਠੌਰ ਨਾ ਠਾਈ। ਪਰਮੇਸ਼ਰ ਦਾ ਨਾਮ ਤੇ ਉਹਦੀ ਪ੍ਰੇਮਾ ਭਗਤੀ, ਭਾਉ ਦਾ ਅਰਥ ਹੁੰਦਾ ਪ੍ਰੇਮ। ਹਰ ਵਾਰੀ ਸ਼ਬਦ ਆਉਂਦਾ, ਆਪ ਜੀ ਨੇ ਸ਼ਬਦ ਯਾਦ ਰੱਖਿਆ ਕਰੋ। ਭਾਉ ਦਾ ਅਰਥ ਪ੍ਰੇਮ ਹੁੰਦਾ ਤੇ ਭਉ ਦਾ ਅਰਥ ਡਰ ਹੁੰਦਾ। ਭਾਉ ਭਗਤ, ਪ੍ਰੇਮਾ ਭਗਤੀ ਤੋਂ ਬਿਨਾ ਠੌਰ ਨਾ ਠਾਈ। ਕਿਸੇ ਤਰ੍ਹਾਂ ਦੀ ਕੋਈ ਠੌਰ ਠਾਈ ਕੁਛ ਵੀ ਨਹੀਂ ਪਿੱਛੇ ਬਚਦਾ। ਪ੍ਰੇਮਾ ਭਗਤੀ ਤੋਂ ਬਿਨਾ ਕਿਸੇ ਦੀ ਵੀ ਕੁਛ ਨਹੀਂ ਚੱਲੇਗੀ, ਕਿਸੇ ਨੂੰ ਕੋਈ ਥਾਂ ਨਹੀਂ ਮਿਲੇਗੀ ਜਿਹੜਾ ਪਰਮੇਸ਼ਰ ਦਾ ਭਜਨ ਨਹੀਂ ਕਰੇਗਾ ਤੇ ਜਿਹੜਾ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਯਾਦ ਨਹੀਂ ਕਰੇਗਾ। ਲਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ। ਭਾਈ ਗੁਰਦਾਸ ਜੀ ਕਹਿੰਦੇ ਆ ਕਿ ਭਾਈ ਤੂੰ ਨਾ ਪਿਛਲੇ ਯੁੱਗਾਂ ਦੇ ਵਿੱਚ ਜੋ ਵੀ ਕਮਾਈ ਕੀਤੀ ਹੈ ਉਹਦਾ ਫਲ ਤੈਨੂੰ ਇੱਥੇ ਆ ਕੇ ਮਿਲਣਾ ਹੈ। ਅਰਥਾਤ ਕਲਯੁਗ ਦੇ ਵਿੱਚ ਤੈਨੂੰ ਅਵਸਰ ਆ ਮਿਲਣ ਦਾ, ਛੁਟਕਾਰਾ ਮਿਲਣ ਦਾ। ਸਾਧ ਸੰਗਤ ਪਿਛਲੇ ਯੁੱਗਾਂ ਦੀ ਜੇ ਗੱਲ ਕਰੀਏ ਨਾ, ਬੜਾ ਕਠਿਨ ਸੀ ਕੰਮ। ਕੀ ਹੁੰਦਾ ਸੀ, ਕਹਿੰਦੇ ਕਈ ਯੁੱਗ ਤਪ ਕਰਨਾ ਪੈਂਦਾ ਸੀ ਮੁਕਤੀ ਪ੍ਰਾਪਤ ਕਰਨ ਵਾਸਤੇ। ਸਤਯੁਗ ਦੇ ਵਿੱਚ ਲੋਕ ਮੁਕਤੀ ਪ੍ਰਾਪਤ ਕਰਨ ਵਾਸਤੇ ਇੰਨਾ ਕਠਿਨ ਕਈ ਸਾਲਾਂ ਤੱਕ ਤਪ ਕਰਦੇ ਰਹਿੰਦੇ।
ਫਿਰ ਕਿਤੇ ਜਾ ਕੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਸੀ। ਫਿਰ ਉਸ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ 'ਚ ਵੀ ਇਹੋ ਹਾਲਾਤ, ਤ੍ਰੇਤੇ 'ਚ ਵੀ ਲੋਕੀ ਬੜੀ ਕਠਿਨ ਤਪ ਘਾਲਣਾ ਕਰਨ ਲੱਗ ਪਏ। ਫਿਰ ਕਿਤੇ ਜਾ ਕੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਣੀ, ਉਹ ਵੀ ਕਰਮਾਂ ਦੇ ਨਾਲ। ਉਹ ਵੀ ਕਿਤੇ ਕੋਈ ਇਹੋ ਜਿਹਾ ਕਰਮ ਹੋ ਜਾਂਦਾ ਸੀ ਜਿਹਦੇ ਨਾਲ ਫਿਰ ਮਨੁੱਖ ਨੂੰ ਦੁਬਾਰਾ ਫਿਰ ਭਗਤੀ ਕਰਨੀ ਪੈਂਦੀ ਸੀ ਅਗਲਾ ਜਨਮ ਲੈ ਕੇ। ਬੜਾ ਕਠਿਨ ਕੰਮ ਸੀ ਪਿਛਲੇ ਯੁੱਗਾਂ ਦੇ ਵਿੱਚ। ਇਹ ਕਲਯੁਗ ਜਿਹੜਾ ਹੈ ਨਾ, ਇਹ ਸਭ ਤੋਂ, ਭਾਵੇਂ ਕਿ ਕਲਯੁਗ ਹੈ ਬਹੁਤ ਮਾੜਾ, ਪਰ ਇਹ ਚੰਗਾ ਇਸ ਗੱਲੋਂ ਆ ਕਿ ਨਾਮ ਦੀ ਵਡਿਆਈ ਹੈ ਇੱਥੇ। ਕਲਯੁਗ ਹੈ ਮਾੜਾ ਪਰ ਚੰਗਾ ਇਸ ਕਰਕੇ ਆ ਕਿਉਂਕਿ ਜਿਹੜੇ ਜਪਦੇ ਆ ਨਾ ਇਹਦੇ ਵਿੱਚ, ਇੱਕ ਤਿਲ ਜਿੰਨਾ ਜਿਹਨੇ ਜਪਿਆ ਹੋਏਗਾ ਉਹਦਾ ਵੀ ਭਲਾ ਹੋ ਜਾਂਦਾ। ਐਸਾ ਕਲਯੁਗ ਹੈ। ਤੇ ਮਾਰੇ ਭਾਈ ਗੁਰਦਾਸ ਜੀ ਕਹਿੰਦੇ ਲਹੇ ਕਮਾਣਾ ਏਤ ਜੁਗ, ਕਹਿੰਦੇ ਭਾਈ ਜਿਹੜਾ ਨਾ ਪਿਛਲੇ ਯੁੱਗਾਂ ਦੇ ਵਿੱਚ ਤੂੰ ਜੋ ਵੀ ਕਮਾਈ ਕੀਤੀ ਆ ਨਾ, ਉਹ ਇਸ ਯੁੱਗ ਦੇ ਵਿੱਚ ਲਹੇਗਾ। ਲਹੇ ਕਮਾਣਾ ਏਤ ਜੁਗ, ਪਿਛਲੀ ਯੁੱਗੀ ਕਰੀ ਕਮਾਈ। ਜੇ ਤੂੰ ਪਿਛਲੇ ਯੁੱਗਾਂ ਦੇ ਵਿੱਚ ਬੜੇ ਤਪ ਕੀਤੇ ਹੋਣਗੇ, ਤੇਰੇ ਸਰੀਰ ਨੇ ਬੜੀ ਕਠਿਨ ਘਾਲਣਾ ਘਾਲਣੀ ਹੋਏਗੀ, ਬੜਾ ਕੁਝ ਕੀਤਾ ਹੋਵੇਗਾ, ਪਰ ਜੇ ਤੂੰ ਕਲਯੁਗ ਦੇ ਵਿੱਚ ਤੈਨੂੰ ਦੇਹੀ ਮਿਲ ਗਈ ਆ, ਤੇ ਇੱਕ ਗੱਲ ਯਾਦ ਰੱਖੀ, ਪਿਛਲੇ ਯੁੱਗਾਂ ਦੇ ਵਿੱਚ ਕੀਤਾ ਹੋਇਆ ਤਪ ਤੈਨੂੰ ਜਿਹੜਾ ਹੈ ਨਾ ਇੱਥੇ ਲਾਹਾ ਉਹਦਾ ਮਿਲ ਜਾਣਾ ਹੈ। ਇਸ ਯੁੱਗ ਦੇ ਵਿੱਚ, ਕਲਯੁਗ ਦੇ ਵਿੱਚ ਤੈਨੂੰ ਲਾਹਾ ਮਿਲ ਜਾਣਾ। ਪਾਇਆ ਮਾਨਸ ਦੇਹ ਕਾ, ਇੱਥੋਂ ਚੁੱਕਿਆ ਠੌਰ ਨਾ ਠਾਈ। ਪਰ ਭਾਈ ਗੁਰਦਾਸ ਜੀ ਨਾਲੇ ਵੀ ਕਹਿੰਦੇ ਆ ਕਿ ਜੇ ਤੂੰ ਪਾਇਆ ਮਾਨਸ ਦੇਹ ਕੋ, ਜੇ ਤੂੰ ਮਾਨਸ ਦੇਹੀ ਪਾਲੀ ਆ, ਜੇ ਤੂੰ ਮਨੁੱਖਾ ਜਨਮ ਦੇ ਵਿੱਚ ਆ ਗਿਆ, ਇਹ ਵੀ ਗੱਲ ਯਾਦ ਰੱਖੀ ਕਿ ਜੇ ਇੱਥੋਂ ਚੁੱਕਿਆ ਗਿਆ ਨਾ, ਭਾਵ ਇਹ ਸਮਾਂ ਵਿਅਰਥ ਗਵਾ ਦਿੱਤਾ, ਪਰਮੇਸ਼ਰ ਦਾ ਭਜਨ ਨਾ ਕੀਤਾ ਕਲਯੁਗ ਦੇ ਵਿੱਚ ਵੀ ਆ ਕੇ, ਤੇ ਫਿਰ ਤੂੰ ਗੱਲ ਯਾਦ ਰੱਖੀ, ਕਾਲ ਮਾ ਪਾਇਆ ਮਾਨਸ ਦੇਖੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਫਿਰ ਤੈਨੂੰ ਕਿਤੇ ਵੀ ਢੋਈ ਨਹੀਂ ਮਿਲਣੀ, ਫਿਰ ਕਿਤੇ ਵੀ ਤੈਨੂੰ ਢੋਈ ਨਹੀਂ ਮਿਲਣੀ, ਨਾ ਇੱਥੇ ਨਾ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਜੇ ਤੂੰ ਕਲਯੁਗ ਦੇ ਵਿੱਚ ਆ ਕੇ ਨਾਮ ਨਾ ਜਪਿਆ, ਪਰਮੇਸ਼ਰ ਦੀ ਭਾਵ ਭਗਤੀ ਨਾ ਕੀਤੀ। ਕਿਉਂਕਿ ਮਾਨਸ ਦੇ ਹੀ ਮਿਲੀਏ ਤੈਨੂੰ ਕਲਯੁਗ ਦੇ ਵਿੱਚ, ਨਾਮ ਸਿਮਰਨ ਕਰ ਲਾ, ਬੰਦਗੀ ਕਰ ਲਾ, ਪਰ ਫਿਰ ਵੀ ਤੂੰ ਨਾ ਸਮਝਿਆ, ਫਿਰ ਭਾਈ ਗੁਰਦਾਸ ਜੀ ਕਹਿੰਦੇ ਤੇਰਾ ਨਹੀਂ ਕੁਛ ਹੋਣਾ, ਤੈਨੂੰ ਕਿਤੇ ਵੀ ਠੌਰ ਠਾਈ ਨਹੀਂ ਮਿਲਣੀ। ਕਲਯੁਗ ਕੇ ਉਪਕਾਰ ਸੁਣ, ਜੈਸੇ ਵੇਦ ਅਥਰ ਬਣ ਗਾਈ। ਹੁਣ ਭਾਈ ਗੁਰਦਾਸ ਜੀ ਨੇ ਕਲਯੁਗ ਨੂੰ ਪਰਉਪਕਾਰੀ ਦੱਸਿਆ। ਕਹਿੰਦੇ ਕਲਯੁਗ ਦਾ ਉਪਕਾਰ ਸੁਣ ਤੂੰ ਇੱਕ, ਤੇ ਉਹ ਉਪਕਾਰ ਅਥਰਬਣ ਵੇਦ ਨੇ ਵੀ ਗਵਾਹੀ ਦਿੱਤੀ ਉਸ ਉਪਕਾਰ ਦੇ ਬਾਰੇ। ਜੈਸੇ ਵੇਦ ਅਥਰਬਣ ਗਾਈ, ਕਹਿੰਦੇ ਕਲਯੁਗ ਦਾ ਇੱਕ ਉਪਕਾਰ ਆ, ਬੜਾ ਵੱਡਾ ਉਪਕਾਰ ਹੈ ਜੀਵਾਂ ਦੇ ਉੱਤੇ ਕਲਯੁਗ ਦਾ ਵੀ। ਕਹਿੰਦੇ ਜੈਸੇ ਵੇਦ ਅਥਰਬਣ ਗਾਈ, ਜਿਵੇਂ ਅਥਰਬਣ ਵੇਦ ਨੇ ਕਿਹਾ ਨਾ, ਜਿਵੇਂ ਅਥਰਬਣ ਵੇਦ ਨੇ ਗਾਇਆ, ਉਹ ਸੁਣ ਜਿਹਦੀ ਗਵਾਹੀ ਅਥਰਬਣ ਵੇਦ ਵੀ ਦਿੰਦਾ ਪਿਆ। ਭਾਉ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਕਹਿੰਦੇ ਆ ਕਲਯੁਗ ਦਾ ਉਪਕਾਰ ਪਤਾ ਕੀ ਹੈ? ਜਿਹੜਾ ਮਨੁੱਖ ਭਾਉ ਭਗਤੀ ਕਰਦਾ ਨਾ, ਪ੍ਰੇਮਾ ਭਗਤੀ ਕਰਦਾ ਹੈ, ਉਹਦੀ ਉਹ ਪ੍ਰਵਾਨ ਹੋ ਜਾਂਦੀ ਹੈ। ਕਿਹਦੇ ਨਾਲ ਉਹ ਪ੍ਰਵਾਨ ਹੁੰਦੀ ਹੈ? ਹੋਮ ਜਗ ਪੁਰਬ ਕਮਾਈ। ਕਹਿੰਦੇ ਆ ਕਿ ਜਿਹੜੇ ਤੂੰ ਹੋਮ ਕਰਦਾ ਹੈ, ਜਗ ਕਰਦਾ ਹੈ, ਤੇ ਪੁਰਬਾਂ ਦੀ ਕਮਾਈ ਕੀਤੀ ਹੋਈ ਨਾ, ਇਹ ਪ੍ਰੇਮਾ ਭਗਤੀ ਹੀ ਪ੍ਰਵਾਨ ਹੈ ਇਸ ਕਲਯੁਗ ਦੇ ਵਿੱਚ। ਜਗ ਕਰਨੇ ਕਿੰਨੇ ਕਠਿਨ ਆ। ਹੋਮ ਜਗ ਹੁੰਦੇ ਸਾਧ ਸੰਗਤ, ਵੱਡੇ ਵੱਡੇ ਜਗ ਜਿਨ੍ਹਾਂ ਨੂੰ ਕਿਹਾ ਜਾਂਦਾ ਨਾ, ਹੋਮ ਜਗ ਕਿਹਾ ਜਾਂਦਾ, ਜਿਹਦੇ ਵਿੱਚ ਘੋੜਿਆਂ ਆਦਿ ਦੀ ਬਲੀ ਦਿੱਤੀ ਜਾਂਦੀ ਹੈ। ਕਈ ਮਣ ਘਿਓ ਜਿਹੜਾ ਅੱਗ 'ਚ ਸੁੱਟ ਕੇ ਸਾੜਿਆ ਜਾਂਦਾ ਜਗ ਕਰਨ ਵਾਸਤੇ, ਜਿਵੇਂ ਪੁਰਾਣੇ ਯੁੱਗਾਂ ਦੇ ਵਿੱਚ ਕੀਤਾ ਜਾਂਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਉਹ ਜਗ, ਉਹ ਪੁਰਬ ਕਮਾਈ, ਉਹਨਾਂ ਪੁਰਬਾਂ ਦੇ ਵਿੱਚ ਜਾ ਕੇ ਤਪੱਸਿਆ ਜਿਹੜੀਆਂ ਤੂੰ ਕੀਤੀਆਂ ਸੀ ਪਿਛਲੀਆਂ ਜਨਮਾਂ ਦੇ ਵਿੱਚ, ਕਹਿੰਦੇ ਕਲਯੁਗ ਦਾ ਬੜਾ ਵੱਡਾ ਉਪਕਾਰ ਹੈ ਕਿ ਜਿਹੜੇ ਮਨੁੱਖ ਨੇ ਕਲਯੁਗ ਦੇ ਵਿੱਚ ਆਣ ਕੇ ਭਾਵ ਭਗਤੀ ਕਰ ਲਈ, ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਸਿਮਰ ਲਿਆ, ਉਹਨੂੰ ਸਾਰੇ ਜਗ੍ਹਾ ਦਾ ਪੁਰਬ ਕਮਾਈ, ਸਾਰੀ ਕਮਾਈ ਜਿਹੜੀ ਉਹਨੂੰ ਪ੍ਰੇਮ ਭਗਤੀ ਦੇ ਵਿੱਚ ਪ੍ਰਾਪਤ ਹੋ ਜੂਗੀ। ਇਹ ਜਿਹੜੀ ਹੈ ਨਾ, ਇਹ ਕਲਯੁਗ ਦਾ ਪਰਉਪਕਾਰ ਹੈ। ਕਰਕੇ ਨੀਚ ਸਦਾਵਨਾ, ਤਾਂ ਪ੍ਰਭ ਲੇਖੈ ਅੰਦਰ ਪਾਈ। ਭਾਈ ਗੁਰਦਾਸ ਜੀ ਕਹਿੰਦੇ ਆ ਕਰਕੇ ਨੀਚ ਸਦਾਵਨਾ, ਕਹਿੰਦੇ ਕਰਮ ਕਰਕੇ ਆਪਣੇ ਆਪ ਨੂੰ ਨੀਚ ਸਦਾ। ਕਰਮ ਕਰਕੇ ਹੰਕਾਰ ਨਾ ਕਰ, ਆਪਣੇ ਆਪ ਨੂੰ ਨੀਵਾਂ ਗਣਾ। ਕਰਮ ਕਰਕੇ ਆਪਣੇ ਆਪ ਨੂੰ ਨੀਵਾਂ ਸਦਾਵੇ, ਤਦ ਸਦਾ ਪ੍ਰਭੂ ਲੇਖੇ ਪਾਉਂਦਾ ਹੈ। ਤਾਂ ਪ੍ਰਭ ਲੇਖੈ ਅੰਦਰ ਪਾਈ, ਫਿਰ ਤੇਰਾ ਪਰਮੇਸ਼ਰ ਨਾਲ ਭਾਵ ਭਗਤੀ ਬਣਦੀ ਹੈ। ਭਾਵ ਭਗਤੀ ਐਵੇਂ ਨਹੀਂ ਪ੍ਰਾਪਤ ਹੁੰਦੀ, ਕਰਮ ਕਰਕੇ ਉਸ ਕਰਮ ਨੂੰ ਨੀਵਾਂ ਜਣਾਉਣਾ, ਆਪਣੇ ਆਪ ਨੂੰ ਕਰਮ ਨਾ ਚਿਤਾਰਨਾ, ਹੰਕਾਰ ਨਾ ਕਰਨਾ। ਜਦੋਂ ਤੂੰ ਇਸ ਤਰ੍ਹਾਂ ਕਰੇਗਾ ਫਿਰ ਤੂੰ ਪ੍ਰਭੂ ਦੇ ਲੇਖੇ 'ਚ ਪੈ ਜਾਵੇਂਗਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਨਾਵੈ
की वडियाई। कहते कलयुग दे विच नाम दी भाई सब तो वड्डी वडियाई है। जिहड़ा मनुख नाम जपदा है कलयुग दे विच वो मनुख प्रवान है। वो मनुख जिहड़ा है ना जीवन मुक्त हो जाता है। नाम दी बहुत वड्डी वडियाई है इस संसार दे उत्ते कलयुग दे विच खास करके। सो साध संगत इत्थे भाई गुरदास जी ने यही गल कही है, जिवें सतगुरां ने कहा ना, पाओ भगत कर नीच सदाए तो नानक मुखंतर पाए। कि जिहड़ा भाव भगती करे ते अपने आप नूं नीवां सदाए, ओह तो नानक मुख अंतर पाए। ਉਹੀ मनुख जिहड़ा है ना वो मुक्ति प्राप्त करता है। ਉਹੀ मनुख मुक्त हो जाता है जिहड़ा मनुख भाव भगती के नाल परमेश्वर वाहिगुरू नूं याद करता है, जिहड़ा मनुख परमेश्वर का सिमरन करता है। फिर इस तरह महाराज ने होर एक जगह कहा है कि बीओ बीज पत लै गए अब क्यों उगवै दाल। कहते इस कलयुग दे विच जिन्हां ने नाम जपिया, बीओ बीज पत लै गए अब क्यों उगवै दाल। कहते जिन्हां ने नाम जपिया, जिन्हां ने साबत बीज नाम दे बीजे, उन्हां दी पत प्रवान हो गई। ते जिन्हां ने नाम नहीं जपिया उन्हां ने दाल बीजी ਤੇ ਉਹਨਾਂ ਦਾ ਕੁਝ ਨਹੀਂ ਬਣਿਆ। ਉਹ ਫਿਰ ਇਸੇ ਤਰ੍ਹਾਂ ਹੀ ਇਸ ਸੰਸਾਰ ਤੋਂ ਚਲੇ ਗਏ। ਕਰਮ ਕਰਤ ਹੋਵੈ ਨੇ ਕਰਮ ਤਿਸ ਬੈਸ ਨੂੰ ਕਾ ਨਿਰਮਲ ਧਰਮ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜਿਹਦਾ ਜੀਵਨ ਹੋਵੇਗਾ, ਜਿਹੜਾ ਮਨੁੱਖ ਕਰਮ ਕਰਕੇ ਆਪਣੇ ਨੂੰ ਨੇਕ ਕਰਮ ਸਦਾਵੇਗਾ ਕਲਯੁਗ ਦੇ ਅੰਦਰ, ਜਿਹੜਾ ਮਨੁੱਖ ਪ੍ਰੇਮਾ ਭਗਤੀ ਦੇ ਨਾਲ ਪਰਮੇਸ਼ਰ ਨੂੰ ਸਿਮਰਨ ਕਰੇਗਾ, ਨਾਮ ਜਪੇਗਾ, ਉਸ ਮਨੁੱਖ ਦਾ ਕਲਿਆਣ ਹੋਵੇਗਾ। ਉਹ ਮਨੁੱਖ ਕਲਯੁਗ ਦੇ ਵਿੱਚ ਤਰ ਜਾਵੇਗਾ। ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ। ਜਿਹੜਾ ਕਲਯੁਗ 'ਚ ਨਾਮ ਜਪੇਗਾ ਉਸ ਮਨੁੱਖ ਦਾ ਕਲਿਆਣ ਹੋਵੇਗਾ। ਪਰ ਜੇ ਮਨੁੱਖ ਕਲਯੁਗ ਦੇ ਵਿੱਚ ਆ ਕੇ ਮਾਨਸ ਦੇਹੀ ਪਾ ਕੇ ਫਿਰ ਵੀ ਉਹਨੂੰ ਨਹੀਂ ਸਿਮਰਦਾ, ਫਿਰ ਭਾਈ ਗੁਰਦਾਸ ਜੀ ਕਹਿੰਦੇ ਇੱਥੋਂ ਚੁੱਕਿਆ ਠੌਰ ਨਾ ਆ। ਫਿਰ ਠੌਰ ਨਾ ਠਾਓ, ਕਿਤੇ ਵੀ ਠੌਰ, ਕਿਤੇ ਵੀ ਢੋਈ ਨਹੀਂ ਮਿਲਣੀ ਜੇ ਕਲਯੁਗ ਦੇ ਵਿੱਚ ਆ ਕੇ ਮਨੁੱਖ ਨੇ ਨਾਮ ਨਹੀਂ ਜਪਿਆ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਅਬ ਕੱਲੂ ਆਏ ਰੇ, ਅਬ ਕਲਯੁਗ ਆ ਗਿਆ, ਇੱਕ ਨਾਮ ਬੋਵੋ ਬੋਵੋ। ਆਓ ਹੁਣ ਆਪਾਂ ਨਾਮ ਬੋਈਏ, ਨਾਮ ਜਪੀਏ, ਇੱਕ ਨਾਮ ਬੋਵੋ ਬੋਵੋ। ਅਨਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ, ਹੋਰ ਰੁੱਤ ਕੋਈ ਵੀ ਨਹੀਂ ਹੈ ਗੁਰਸਿੱਖੋ। ਆਓ ਨਾਮ ਜਪੀਏ, ਬੰਦਗੀ ਕਰੀਏ, ਪਰਮੇਸ਼ਰ ਨੂੰ ਸਿਮਰੀਏ, ਕਿਉਂਕਿ ਕਲਯੁਗ ਦੇ ਵਿੱਚ ਨਾਮ ਦੀ ਬੜੀ ਵੱਡੀ ਵਡਿਆਈ ਹੈ। ਸੋ ਸਾਧ ਸੰਗਤ ਇਹ ਦੋ ਜਿਹੜੀਆਂ ਪੌੜੀਆਂ ਭਾਈ ਗੁਰਦਾਸ ਜੀ ਨੇ ਦਸੀਆਂ ਨੇ, ਨਾਮ ਦੀ ਵਡਿਆਈ ਦਸੀ ਹੈ ਤੇ ਸਰੀਰਾਂ ਨੂੰ ਕਲਯੁਗ ਚਾਰ ਯੁਗਾਂ ਦੇ ਨਾਲ ਸਰੀਰ ਨੂੰ ਡਿਫਾਈਨ ਕੀਤਾ ਹੈ ਕਿ ਜਿਹੜਾ ਨਾਮ ਜਪਦਾ ਉਹਦੀ ਸਭ ਤੋਂ ਵੱਡੀ ਕਲਿਆਣ ਹੁੰਦੀ ਹੈ। ਇਸ ਤੋਂ ਬਾਅਦ ਸਾਧ ਸੰਗਤ ਜਿਹੜੇ ਹੋਰ ਮੱਤ ਹਨ, ਜਿਵੇਂ ਭੁੱਖੂ ਮੱਤ, ਹੋਰ ਮੱਤਾਂ ਦੇ ਬਾਰੇ ਕੱਲ੍ਹ ਨੂੰ ਭਾਈ ਗੁਰਦਾਸ ਜੀ ਦੱਸਣਗੇ। 16 ਪੌੜੀਆਂ ਕਰੀਬ ਆਪਾਂ ਕਰ ਚੁੱਕੇ ਹਾਂ, ਕੁਝ 3-4 ਪੌੜੀਆਂ ਹੋਰ ਰਹਿ ਗਈਆਂ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿਵੇਂ ਹੋਇਆ, ਕੀ ਕਾਰਨ ਬਣੇ, ਉਹਨਾਂ ਦੇ ਬਾਰੇ ਵਿਸਥਾਰ ਨਾਲ ਭਾਈ ਗੁਰਦਾਸ ਜੀ ਸਮਝਾਉਣਗੇ। ਸੋ ਅੱਜ ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜੇ ਕੋਈ ਸਵਾਲ ਆਪ ਜੀ ਨੇ ਪੁੱਛਣਾ ਹੈ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਉਪਰੰਤ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ठीक है वाहिगुरु जी, आप सब संगत का धन्यवाद। शाम की संथिया की क्लास है, लड़ीवार संथिया धन श्री गुरु ग्रंथ साहब जी की चल रही है। श्री राग दे विच आपां गुरु नानक साहब जी की बाणी की संथिया ते विचार कर रहे हैं। शाम की क्लास भी वध तो वध जुड़िया करो, सवेर की क्लास भी जुड़िया करो। उहदे नाल ही शाम नूं गुरुद्वारा गुरु नानक वाड़ी विखे जो इतिहास की कथा चल रही है, गुरु नानक साहब जी के गुरपुरब की बड़ी सुंदर विचार है। कवि संतोख सिंह जी का रचित जो गुरु नानक प्रकाश सूरज ग्रंथ है, ਉਹਦੇ ਵਿੱਚੋਂ ਸਾਧ ਸੰਗਤ ਦੇ ਵਿਚਾਰ ਚੱਲ ਰਹੀ ਹੈ। ਉਹ ਬੜੀ ਸੁੰਦਰ ਵਿਚਾਰ ਹੈ, ਕਿਉਂਕਿ ਉਹ ਜਿਵੇਂ ਜਿਵੇਂ ਕਵੀ ਜੀ ਨੇ ਲਿਖਿਆ ਨਾ, ਇੰਜ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਸਾਹਮਣੇ ਇਹ ਸਾਰੇ ਕੌਤਕ ਵਰਤਾ ਰਹੇ ਹੋਣ। ਬੜੀ ਸੁੰਦਰ ਵਿਚਾਰ ਹੈ। ਆਪ ਜੀ ਜ਼ਰੂਰ, ਆਪ ਜੀ ਨੂੰ ਲਿੰਕ ਭੇਜ ਦਿੱਤਾ ਜਾਂਦਾ ਤੇ ਆਪ ਜੁੜ ਕੇ ਜ਼ਰੂਰ ਸੁਣਿਆ ਕਰੋ। ਜੇ ਆ ਉੱਥੇ ਪਹੁੰਚ ਸਕਦੇ ਉੱਥੇ ਪਹੁੰਚ ਕੇ ਉੱਥੇ ਵਿਚਾਰ ਸੁਣਨ ਦੀ ਕਿਰਪਾਲਤਾ ਕਰਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।